ਦ ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਇਸ ਐਪੀਸੋਡ ਵਿੱਚ ਆਪ ਸਭ ਨੂੰ ਜੈ ਨੂੰ ਆਖਦੇ ਹਾਂ। ਮੈਂ ਹਾਂ ਤੁਹਾਡਾ ਹੋਸਟ ਹਰਪ੍ਰੀਤ ਸਿੰਘ, ਸਰੀ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਤੋਂ। ਅੱਜ ਦੇ ਇਸ ਪ੍ਰੋਗਰਾਮ ਵਿੱਚ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਮੇਰੇ ਨਾਲ ਸ਼ੇਅਰ ਕਰਨਗੇ ਅਤੇ ਮੇਰਾ ਸਾਥ ਦੇਣਗੇ ਡਾਕਟਰ ਸੰਦੀਪ ਜੱਸਲ, ਜਿਹੜੇ ਕਿ ਡਾਕਟਰੇਟ ਨੇ ਨੈਚੁਰਲ ਮੈਡੀਸਨ ਦੇ ਵਿੱਚ, ਇੱਕ ਸਰਟੀਫਾਈਡ weight loss ਕੋਚ ਵੀ ਹੈਗੇ ਨੇ। ਅਤੇ ਅੱਜ ਸਾਨੂੰ ਦੱਸਣਗੇ ਕਿ ਓਬੀਸਿਟੀ ਦਾ ਮੁੱਖ ਕਾਰਨ ਕੀ ਹੈ ਅਤੇ ਕਿਸ ਤਰ੍ਹਾਂ ਅਸੀਂ ਇਸ ਕ੍ਰਾਈਸਿਸ ਨੂੰ ਤੋਂ ਬਚਣਾ ਹੈ। ਸੋ ਆਓ ਚਲਦੇ ਹਾਂ ਡਾਕਟਰ ਸੰਦੀਪ ਜੱਸਲ ਕੋਲ ਅਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਡਾਕਟਰ ਸੰਦੀਪ ਜੱਸਲ, ਵੈਲਕਮ ਟੂ ਦ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਜੀ, and thanks a lot for having me over, and Thank it's you. indeed a pleasure. बहुत Thank you. बहुत शुक्रिया। So I was just going through your background, and in Punjab your clinic was declared as the best clinic for weight loss, and ਤੁਸੀਂ ਡਾਕਟਰੇਟ ਕੀਤੀ ਨੈਚੁਰਲ ਮੈਡੀਸਿਨ। ਥੋੜ੍ਹਾ ਜਿਹਾ ਆਪਣੇ ਬਾਰੇ ਦੱਸੋ ਕਿ ਤੁਹਾਡਾ ਜਿਹੜਾ ਇੰਟਰਸਟ ਇਸ ਪਾਸੇ ਕਿਵੇਂ ਪਿਆ, ਅਤੇ ਪੰਜਾਬ ਤੋਂ ਤੁਸੀਂ ਕਦੋਂ ਕੈਨੇਡਾ ਆਏ ਹੋ ਅਤੇ ਇੱਥੇ ਆ ਕੇ ਕੀ ਕਰ ਰਹੇ ਹੋ? ਇੰਟਰਸਟ ਤਾਂ ਮੇਰਾ ਕੋਈ 25 ਸਾਲ ਪਹਿਲਾਂ ਪੈ ਗਿਆ ਜਦੋਂ ਮੈਂ ਗ੍ਰੈਜੂਏਟ ਕੀਤਾ। I graduated after a 6.5 years degree in Ayurvedic medicine in back home in ਚੰਡੀਗੜ੍ਹ, ਪੰਜਾਬ ਜੀ। ਉਸ ਤੋਂ ਬਾਅਦ ਮੈਨੂੰ ਚਾਂਸ ਮਿਲਿਆ ਪੋਸਟ ਗ੍ਰੈਜੂਏਸ਼ਨ ਕਰਨ ਦਾ ਪ੍ਰੀਵੈਂਟਿਵ ਐਂਡ ਪ੍ਰੋਮੋਟਿਵ ਹੈਲਥ ਕੇਅਰ ਦੇ ਵਿੱਚ। ਪ੍ਰੀਵੈਂਟਿਵ ਮੈਡੀਸਿਨ ਯਾਨੀ ਕਿ ਬਿਮਾਰੀ ਤੋਂ ਬਚਣਾ ਕਿਵੇਂ ਹੈ, ਪ੍ਰੋਮੋਟਿਵ ਹੈਲਥ ਕੇਅਰ ਯਾਨੀ ਕਿ ਅਸੀਂ ਸਿਹਤਮੰਦ ਰਹਿਣਾ ਕਿਵੇਂ ਹੈ। ਦੋਨੋਂ ਹੱਥ ਪਾ ਕੇ ਚੱਲਦੀਆਂ ਨੇ ਇਹ ਫੀਲਡਸ। ਜੇ ਅਸੀਂ ਹੈਲਥ ਨੂੰ ਪ੍ਰਮੋਟ ਕਰਦੇ ਹਾਂ ਤਾਂ ਡਿਜ਼ੀਜ਼ ਨੂੰ ਪ੍ਰੀਵੈਂਟ ਕਰਦੇ ਹਾਂ, ਜੇ ਡਿਜ਼ੀਜ਼ ਨੂੰ ਪ੍ਰੀਵੈਂਟ ਕਰਦੇ ਹਾਂ ਤਾਂ ਹੈਲਥ ਨੂੰ ਪ੍ਰਮੋਟ ਕਰਦੇ ਹਾਂ। ਐਬਸੋਲੂਟਲੀ। I lost my brother, ਮੇਰੇ ਇੱਕ ਕਜ਼ਨ ਬ੍ਰਦਰ ਦੀ 35 ਇਅਰਸ ਦੀ ਏਜ ਤੇ ਉਸ ਟਾਈਮ ਤੇ ਡੈਥ ਹੋ ਗਈ ਜਦੋਂ ਮੈਂ ਫਰੈਸ਼ ਗ੍ਰੈਜੂਏਟ ਸੀ। ਉਹ ਮੈਨੂੰ ਫੋਨ ਕਰਿਆ ਕਰਦਾ ਸੀ, ਦਿੱਲੀ ਰਹਿੰਦਾ ਸੀ ਜੀ। ਉਹਦਾ ਕੋਲੇਸਟ੍ਰੋਲ ਜ਼ਿਆਦਾ ਸੀ ਔਰ ਉਹ ਬਹੁਤ ਹੀ ਅੱਛਾ ਸਕੁਆਸ਼ ਦਾ ਪਲੇਅਰ ਸੀ। ਸਕੁਆਸ਼ ਤੁਸੀਂ ਜਾਣਦੇ ਹੋ ਬਹੁਤ ਹੀ ਵਿਗਰਸ ਗੇਮ ਹੈ ਜੀ। ਔਰ ਇੱਕ ਦਿਨ ਸਾਨੂੰ ਖਬਰ ਆਉਂਦੀ ਹੈ ਕਿ ਉਹ ਸਕੁਆਸ਼ ਦੀ ਗੇਮ ਖੇਲ ਕੇ ਆਇਆ ਔਰ ਉਹ ਕੋਲੈਪਸ ਕਰ ਗਿਆ ਔਰ ਉਹਦੀ ਡੈਥ ਹੋ ਗਈ। That was a big setback for me, and ਉਸ ਤੋਂ ਬਾਅਦ ਮੈਂ ਸੋਚਿਆ ਕਿ ਮੈਂ ਪ੍ਰੀਵੈਂਟਿਵ ਹੈਲਥ ਕੇਅਰ ਹੋਰ ਜਾਣਾ ਨਾ ਜਾਣ ਸਮੇਂ ਤੋਂ ਪਹਿਲਾਂ, ਟਾਈਮ ਤੋਂ ਪਹਿਲਾਂ, ਤੇ ਮੈਂ ਆਪਣੀ ਲਾਈਫ ਪ੍ਰੀਵੈਂਟਿਵ ਹੈਲਥ ਕੇਅਰ ਨੂੰ ਡੈਡੀਕੇਟ ਕਰਾਂ, ਲਾਈਫ ਸਟਾਈਲ ਨੂੰ ਡੈਡੀਕੇਟ ਕਰਾਂ, ਅਵੇਅਰਨੈਸ ਨੂੰ ਡੈਡੀਕੇਟ ਕਰਾਂ। ਤੇ ਮੇਰੀ ਜਿਹੜੀ ਪ੍ਰੈਕਟਿਸ ਹੈ ਉਸ ਤੋਂ ਬਾਅਦ ਮੈਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਇੱਕ ਨਵੀਂ ਕਲੀਨਿਕ ਸ਼ੁਰੂ ਹੋਈ ਸੀ ਇੰਡੀਆ ਦੇ ਵਿੱਚ, ਦੈਟ ਵਾਜ਼ ਅਪੋਲੋ ਹਸਪੀਟਲਸ ਦੀ ਲਾਈਫ ਸਟਾਈਲ ਯੂਨਿਟ, ਜਿੱਥੇ ਮੈਨੂੰ ਚਾਂਸ ਮਿਲਿਆ। ਮੈਂ ਉੱਥੇ ਕੰਮ ਕੀਤਾ ਔਰ ਉੱਥੇ ਮੈਂ ਹੋਰ ਮੇਰੇ ਜਿਹੜੇ ਵਿਸ਼ਵਾਸ ਹੈ ਉਹ ਪੱਕਾ ਹੋ ਗਿਆ ਕਿ ਹਾਂ ਮੈਂ ਪ੍ਰੀਵੈਂਟਿਵ ਹੈਲਥ ਕੇਅਰ ਕਰਨੀ ਹੈ। ਉਸ ਤੋਂ ਬਾਅਦ ਮੈਂ ਮੈਡੀਵੈਲ ਹਾਰਟ ਇੰਸਟੀਚਿਊਟ ਸੈਕਟਰ 9 ਚੰਡੀਗੜ੍ਹ ਦੇ ਵਿੱਚ, ਜਿਹੜਾ ਕਿ ਪੰਜਾਬ ਦਾ ਪਹਿਲਾ ਇੰਸਟੀਚਿਊਟ ਸੀ ਹਾਰਟ ਦਾ, ਆਊਟਸਾਈਡ ਪੀਜੀਆਈ ਇੱਕ ਬਹੁਤ ਵੱਡਾ ਪ੍ਰੀਮੀਅਰ ਇੰਸਟੀਟਿਊਸ਼ਨ ਹੈ ਨਾਰਥ ਇੰਡੀਆ ਦਾ। ਆਲ ਇੰਡੀਆ ਇੰਸਟੀਚਿਊਟ ਤੋਂ ਬਾਅਦ ਪੀਜੀਆਈ ਦਾ ਨਾਮ ਆਉਂਦਾ ਹੈ ਨਾਰਥ ਇੰਡੀਆ ਵਿੱਚ, ਸਭ ਤੋਂ ਵੱਡੇ ਇੰਸਟੀਚਿਊਟਸ ਦੇ ਵਿੱਚ। ਉਸ ਤੋਂ ਬਾਅਦ ਪਹਿਲਾ ਹਾਰਟ ਦਾ ਇੰਸਟੀਚਿਊਟ ਸੀ ਜਿਹਦੇ ਵਿੱਚ ਮੈਂ ਬੈਠ ਕੇ ਲਾਈਫ ਸਟਾਈਲ ਦਾ ਕੰਮ ਕਰਨਾ ਸ਼ੁਰੂ ਕੀਤਾ। And I have been now 25 years in it. Wonderful. Or that's really commendable, the kind of work that you have done. ਇੱਕ ਤੁਸੀਂ ਇਨੀਸ਼ੀਏਟਿਵ ਚਲਾ ਰਹੇ ਹੋ, ਹੈਲਥ ਮੋਟੀਵੇਸ਼ਨ ਇਨੀਸ਼ੀਏਟਿਵ, ਵਾਓ ਨਾਂ ਤੋਂ ਚਲਾ ਰਹੇ ਹੈਗੇ ਹੋ। What is this initiative? Wisdom of wellness. ਵਾਓ ਦਾ ਮੈਂ ਮਤਲਬ ਕੱਢਿਆ ਹੈ। ਇਹ ਵਾਓ ਫੈਕਟਰ ਜਿਹੜਾ ਹੈ ਬੜਾ ਇੰਪੋਰਟੈਂਟ ਹੋ ਗਿਆ। ਅੱਜ ਕੱਲ੍ਹ ਅਸੀਂ ਹਰ ਗੱਲ ਦੇ ਵਿੱਚ ਵਾਓ ਕਹਿੰਦੇ ਹਾਂ। ਜੀ। ਸਾਨੂੰ ਕੋਈ ਚੰਗੀ ਚੀਜ਼ ਮਿਲ ਜਾਂਦੀ ਹੈ ਅਸੀਂ ਕਹਿੰਦੇ ਹਾਂ ਵਾਓ, ਸਾਨੂੰ ਕੋਈ ਚੰਗੀ ਗੱਲ ਕਹਿ ਦਿੰਦਾ ਅਸੀਂ ਕਹਿੰਦੇ ਹਾਂ ਵਾਓ। ਤਾਂ ਮੈਂ ਸੋਚਿਆ ਇਹ ਵਾਓ ਜਿਹੜੀ ਹੈ, ਇਹ ਵਾਹ ਜਿਹੜੀ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਵਾਹ ਵਾਹ ਕਰਨੀ, ਉਹ ਇੱਕ ਰੈਪਰਜ਼ੈਂਟੇਸ਼ਨ ਹੈ ਅੱਛੀ ਫੀਲਿੰਗ ਦੀ, ਗੁੱਡ ਫੀਲਿੰਗ ਦੀ। ਪਰ ਸਭ ਤੋਂ ਵਧੀਆ ਫੀਲਿੰਗ ਜਿਹੜੀ ਹੈ ਉਹ ਬਿਮਾਰੀ ਤੋਂ ਮੁਕਤ ਰਹਿਣ ਦੀ ਫੀਲਿੰਗ ਹੈ, ਜਿਹੜੀ ਕਿ ਸਭ ਨੂੰ ਜ਼ਰੂਰਤ ਹੈ। ਕਿਉਂਕਿ ਇਹ ਜੀਵਨ ਜਦੋਂ ਅਸੀਂ ਜੀਣ ਆਏ ਹਾਂ, ਜੇਕਰ ਸਾਨੂੰ ਕਿਤੇ ਹਲਕੀ ਪੀੜ ਹੁੰਦੀ ਹੋਵੇ, ਸਾਡੇ ਮੋਢਿਆਂ 'ਚ ਸਟਿਫਨੈਸ ਹੋਵੇ, ਸਾਡੇ ਗੋਡਿਆਂ 'ਚ ਦਰਦ ਹੋਵੇ ਜੀ, ਸਾਡੇ ਕਮਰ 'ਚ ਦਰਦ ਹੋਵੇ, ਤਾਂ ਉਹ ਵਾਓ ਚੀਜ਼ ਜਿਹੜੀ ਹੈ ਬੜੀ ਸ਼ਾਰਟ ਲਿਵਡ ਹੋਏਗੀ। ਅਸੀਂ ਕੌਫੀ ਦਾ ਕੱਪ ਫੜਾਂਗੇ, ਉਹ 'ਚ ਚੀਨੀ 2 ਚਮਚ ਪਾਵਾਂਗੇ, ਜਾਂ ਇੱਕ ਪੀਜ਼ਾ ਦਾ ਸਲਾਈਸ ਖਾਵਾਂਗੇ, ਜਾਂ ਇੱਕ 버ਗਰ ਖਾਵਾਂਗੇ, ਉਹ ਵਾਓ ਜਿਹੜੀ ਹੈ ਉਹ ਕੁਝ ਛਣਾਂ ਦੀ ਰਹਿ ਜਾਏਗੀ। ਉਸ ਤੋਂ ਬਾਅਦ ਸਾਨੂੰ ਥੋੜੀ ਦੇਰ ਬਾਅਦ ਸਾਡੀਆਂ ਤਕਲੀਫਾਂ ਫਿਰ ਸਤਾਉਣ ਲੱਗ ਪੈਣਗੀਆਂ ਤੇ ਅਸੀਂ ਫਿਰ ਬਾਹਰ ਦੀਆਂ ਚੀਜ਼ਾਂ 'ਚੋਂ ਉਹ ਵਾਓ ਦਾ ਫੈਕਟਰ ਲੱਭਾਂਗੇ। ਤਾਂ ਮੈਂ ਸੋਚਿਆ ਇਹ ਵਾਓ ਦਾ ਮਤਲਬ ਕੱਢੀਏ ਵਿਜ਼ਡਮ ਆਫ ਵੈਲਨੈਸ। ਇਹ ਲਿਵ ਲਾਈਫ ਮੋਰ ਸਾਡੀ ਜਿਹੜੀ ਸੰਸਥਾ ਹੈ ਇੰਡੀਆ ਦੇ ਵਿੱਚ, ਮੈਂ ਸ਼ੁਰੂ ਕੀਤੀ ਸੀ 2003 ਤੋਂ। 17 ਸਾਲ ਹੋ ਗਏ ਕੰਮ ਕਰਦਿਆਂ ਹੋਇਆ, ਇਹ ਮੁਹਿੰਮ ਛੇੜਿਆ ਹੋਇਆ। ਲਿਵ ਲਾਈਫ ਮੋਰ ਦਾ ਇੱਕ ਇਨੀਸ਼ੀਏਟਿਵ ਹੈ ਵਾਓ, ਵਿਚ ਇਜ਼ ਸਿਹਤਮੰਦ ਰਹਿਣ ਦੀ
ਚੰਗੇ ਰਹਿਣ ਦੀ ਸੂਝ-ਬੂਝ ਵਿਜ਼ਡਮ ਆਫ ਵੈਲਨੈਸ ਇਹ Wonderful. ਸਾਡਾ ਇੱਕ ਇਨੀਸ਼ੀਏਟਿਵ ਸੀ। ਦੈਟਸ ਅ ਵੈਰੀ ਗੁੱਡ ਇਨੀਸ਼ੀਏਟਿਵ, ਖਾਸ ਤੌਰ ਉੱਤੇ ਅੱਜ ਦੇ ਮਾਹੌਲ ਦੇ ਵਿੱਚ ਜਿੱਥੇ ਲਾਈਫਸਟਾਈਲ ਚੇਂਜਸ ਜਿਹੜੇ ਸਾਡੇ ਆ ਗਏ ਜੀਵਨ ਦੇ ਵਿੱਚ, ਜਿਸ ਕਾਰਨ ਬਿਮਾਰੀਆਂ ਵੱਧਦੀਆਂ ਜਾ ਰਹੀਆਂ ਨੇ। ਸੋ there's so much to talk to you, but today I would like to focus just on obesity. Obesity is a major crisis right now all over the world, not only in our community but otherwise also we are seeing that this is creating a big issue for everyone. So let's talk about obesity as such ਕਿ ਮੋਟਾਪਾਪਨ ਜੋ ਹੈ ਇਹ ਇਸ ਦਾ ਮੁੱਖ ਕਾਰਨ ਕੀ ਹੁੰਦਾ ਹੈ? ਕੀ ਸਿਰਫ ਖਾਣ ਪੀਣ ਹੀ ਹੈਗਾ ਜਾਂ ਕੁਝ ਹੋਰ ਕਾਰਨ ਨੇ ਜਿਹੜੇ ਤੁਸੀਂ ਸਾਨੂੰ ਅੱਜ ਦੱਸੋਗੇ, ਤੇ ਖਾਸ ਤੌਰ ਦੇ ਉੱਤੇ ਕਿਹੜੀਆਂ ਚੀਜ਼ਾਂ ਦਾ ਸਾਨੂੰ ਧਿਆਨ ਦੇਣ ਦੀ ਲੋੜ ਹੈ, ਇਸ ਬਾਰੇ ਅੱਜ ਅਸੀਂ ਤੁਹਾਡੇ ਤੋਂ ਜਾਣਕਾਰੀ ਲਾਂਗੇ। ਸੋ ਲੈਟਸ ਸਟਾਰਟ ਆਫ ਵਿਦ ਵਾਟ ਇਜ਼ ਓਬੇਸਿਟੀ ਐਂਡ ਵਾਟ ਆਰ ਦ ਰੀਜ਼ਨਸ ਫॉर ਓਬੇਸਿਟੀ। Great, sir. It's a very important question because ਸਾਡੀ ਸੋਸਾਇਟੀ ਓਬੇਸਿਟੀ ਦੀ ਚਪੇਟ ਵਿੱਚ ਪੂਰੀ ਤਰ੍ਹਾਂ ਆ ਚੁੱਕੀ ਹੈ। ਖਾਸ ਤੌਰ ਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਓਬੇਸਿਟੀ ਨੂੰ ਇੱਕ ਡਿਜ਼ੀਜ਼ ਡਿਕਲੇਅਰ ਕੀਤਾ ਹੈ, ਜਦਕਿ ਇਹ ਪਹਿਲਾਂ ਅਸੀਂ ਸਮਝਦੇ ਸੀ ਇੱਕ ਅਵਸਥਾ ਹੈ, ਇੱਕ ਕੰਡੀਸ਼ਨ ਹੈ ਕਿ ਅਵਸਥਾ ਉਹ ਹੁੰਦੀ ਹੈ ਜਿਹੜੀ ਟੈਂਪਰੇਰੀ ਹੋਵੇ, ਜਿਹਨੇ ਆਣਾ ਹੈ ਤੇ ਚਲੇ ਜਾਣਾ। ਜਿਵੇਂ ਇੱਕ ਸਿਰ ਦਰਦ ਹੈ, ਉਹ ਇੱਕ ਕੰਡੀਸ਼ਨ ਹੈ, ਉਹ ਇੱਕ ਬਿਮਾਰੀ ਨਹੀਂ ਹੈ। ਸਿਰ ਦਰਦ ਦੀ ਅਸੀਂ ਗੋਲੀ ਖਾ ਲਈਏ ਜਾਂ ਕੌਫੀ ਪੀ ਲਈਏ ਜਾਂ ਆਰਾਮ ਕਰ ਲਈਏ, ਅੱਖਾਂ ਮੀਟ ਕੇ ਪੈ ਜਾਈਏ ਤਾਂ ਉਹ ਅਵਸਥਾ ਪਾਰ ਹੋ ਸਕਦੀ ਹੈ। ਪਰ ਜਿੱਦਾਂ ਡਾਇਬਟੀਜ਼ ਇੱਕ ਬਿਮਾਰੀ ਹੈ, ਦਿਲ ਦੀ ਬਿਮਾਰੀ ਇੱਕ ਬਿਮਾਰੀ ਹੈ ਜਿਹਨੂੰ ਅਸੀਂ ਹਾਰਟ ਡਿਜ਼ੀਜ਼ ਕਹਿੰਦੇ ਹਾਂ ਜਾਂ ਕੋਰੋਨਰੀ ਆਰਟਰੀ ਕਹਿੰਦੇ ਹਾਂ, ਉੱਦਾਂ WHO ਨੇ ਓਬੇਸਿਟੀ ਨੂੰ ਹੁਣ ਕਿਹਾ ਹੈ, ਡਾਕਟਰਸ ਨੂੰ ਇਹ ਹਦਾਇਤ ਦਿੱਤੀ ਹੈ ਕਿ ਇਸ ਓਬੇਸਿਟੀ ਨੂੰ ਬਤੌਰ ਬਿਮਾਰੀ ਮੰਨ ਕੇ ਮਰੀਜ਼ ਨੂੰ ਉਹਨਾਂ ਸਮਝਾਓ, ਬੁਝਾਓ ਔਰ ਇਹਨੂੰ ਰਿਵਰਸ ਕਰਨ ਦੀ ਕੋਸ਼ਿਸ਼ ਕਰੋ, ਇਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰੋ, ਨਹੀਂ ਤਾਂ ਬਿਮਾਰੀਆਂ ਦੀ ਇਹ ਜੜ ਬਣੇਗੀ। ਜਿਹੜਾ ਨਾਰਮਲ ਬਾਡੀ weight ਹੈ, ਜਿਹੜਾ ਅਸੀਂ ਆਮ ਤੌਰ ਤੇ ਇੰਡੀਆ ਦੇ ਵਿੱਚ ਡਾਇਰੀ ਦੇ ਵਿੱਚ ਇੱਕ ਪੰਨਾ ਹੋਇਆ ਕਰਦਾ ਸੀ ਸ਼ੁਰੂ ਦੇ ਵਿੱਚ, ਜਿਹਦੇ ਵਿੱਚ ਹਾਈਟ ਦੇ ਮੁਤਾਬਕ weight ਲਿਖਿਆ ਜਾਂਦਾ ਸੀ, ਇਹ ਹਰ ਜਗ੍ਹਾ ਹੁਣ ਇੰਟਰਨੈਟ ਤੇ ਵੀ ਅਵੇਲੇਬਲ ਹੈ। ਨਾਰਮਲ ਬਾਡੀ weight ਤੋਂ ਜੇਕਰ ਜੇ ਮੇਰੀ ਹਾਈਟ ਦੇ ਮੁਤਾਬਕ weight ਜਿਹੜਾ ਹੈ ਉਹ 60 kg 60 ਕਿਲੋ ਹੋਣਾ ਚਾਹੀਦਾ ਹੈ, ਜਾਂ ਸਪੋਜ਼ 130 ਪਾਉਂਡ ਹੋਣਾ ਚਾਹੀਦਾ ਹੈ, ਔਰ ਅਗਰ ਮੇਰਾ weight ਉਸ ਤੋਂ ਜ਼ਿਆਦਾ ਹੋ ਜਾਵੇ ਔਰ ਉਹ 20% ਐਕਸਟਰਾ ਹੋ ਜਾਵੇ, ਯਾਨੀ ਕਿ 60 ਕਿਲੋ ਹੋਣਾ ਚਾਹੀਦਾ ਸੀ, 60 ਕਿਲੋ ਦਾ 20% ਹੋਇਆ 12 ਕਿਲੋ, ਯਾਨੀ ਕਿ 72 ਤੋਂ ਜ਼ਿਆਦਾ ਹੋ ਜਾਵੇ, ਤਾਂ ਮੈਂ ਓਬੇਸਿਟੀ ਦੇ ਵਿੱਚ ਐਂਟਰ ਕਰ ਜਾਣਾ ਵਾ। ਓਕੇ, ਮੋਟਾ ਥੰਬ ਰੂਲ ਹੈ। ਸੋ ਮੁੜ ਤੋਂ ਚਲਦੇ ਜੀ ਡਾਕਟਰ ਸੰਦੀਪ ਜਸਲ ਕੋਲ ਤੇ ਗੱਲਬਾਤ ਦਾ ਸਿਲਸਿਲਾ ਅੱਗੇ ਤੋਰਦੇ ਹਾਂ। ਇਹ ਓਬੀਸ ਉਹ ਹੈ ਜੋ ਕਿ 20% ਆਪਣਾ ਜੋ ਉਸ ਦਾ weight ਹੈ ਉਸ ਤੋਂ ਵੱਧ ਦਾ weight ਹੋਵੇ। ਬੋਡੀ ਮਾਸ ਇੰਡੈਕਸ ਵੀ ਇਸੇ ਨਾਲ ਹੀ ਤੁਸੀਂ ਉਸ ਨੂੰ ਕਾਈਂਡ ਆਫ ਕੰਪੇਅਰ ਕਰਦੇ ਹੋ ਜਾਂ ਕੁਝ ਹੋਰ ਚੀਜ਼ ਹੁੰਦੀ ਹੈ? ਨਹੀਂ ਜੀ, ਬੋਡੀ ਮਾਸ ਇੰਡੈਕਸ ਵੀ ਇਹੋ ਜਿਹਾ ਹੀ ਇੱਕ ਮਾਪਦੰਡ ਹੈ ਜਿਹਦੇ ਵਿੱਚ ਅਸੀਂ ਇੱਕ ਫਾਰਮੂਲਾ ਹੁੰਦਾ ਹੈ ਜਿਹਦੇ ਵਿੱਚ ਅਸੀਂ weight in kilograms ਔਰ divided by height in meters ਉਸ ਦਾ ਸਕੁਆਇਰ, ਇਹ ਫਾਰਮੂਲਾ ਹੈ। ਇਹਦੇ ਕੈਲਕੂਲੇਟਰਸ ਬਹੁਤ ਸਾਰੇ ਸਾਨੂੰ ਆਨਲਾਈਨ ਮਿਲ ਜਾਂਦੇ ਨੇ। ਸਿਰਫ ਆਪਣਾ ਵਜ਼ਨ ਪਾਣਾ ਹੈ ਅੱਜ ਦਾ ਕਿਲੋਗ੍ਰਾਮਸ ਦੇ ਵਿੱਚ, ਔਰ ਉਹਦੇ ਥੱਲੇ ਤੁਸੀਂ ਨਾਲ ਪਾਣਾ ਆਪਣੀ ਹਾਈਟ, ਜਿਹੜੀ 165 ਸੈਂਟੀਮੀਟਰ ਹਾਈਟ ਹੈ ਉਹ 1.65 ਪਾਏਗਾ, ਜਿਹਦੀ 172 ਸੈਂਟੀਮੀਟਰ ਹਾਈਟ ਹੈ ਉਹ 1.72 ਪਾ ਕੇ ਉਹਦਾ ਸਕੁਆਇਰ ਕਰਕੇ ਉਹ ਫਾਰਮੂਲਾ ਕੱਢ ਜਾਏਗਾ। ਇਹਦੇ ਵਿੱਚ ਕੀ ਹੈ ਕਿ ਇਹਦੇ ਵਿੱਚ ਜਦੋਂ 25 ਤੋਂ ਥੱਲੇ ਸਾਡਾ BMI ਹੁੰਦਾ ਹੈ ਤਾਂ ਅਸੀਂ ਓਵਰਵੇਟ ਕਹਿਲਾਉਂਦੇ ਹਾਂ, ਪਰ 25 ਤੋਂ 29.9 ਉਸ ਤੋਂ ਉੱਤੇ ਅਸੀਂ ਓਬੀਸ ਸ਼ੁਰੂ ਹੋ ਜਾਂਦੇ ਹਾਂ। ਇਹਦੀਆਂ ਵੀ ਕੈਟਾਗਰੀਜ਼ ਨੇ, ਓਬੇਸਿਟੀ ਗ੍ਰੇਡ 1, ਗ੍ਰੇਡ 2, ਗ੍ਰੇਡ 3। ਤੇ ਮੋਟੇ ਤੌਰ ਤੇ ਇਹ ਗੱਲ ਹੈ ਕਿ ਵਜ਼ਨ ਦਾ ਜ਼ਿਆਦਾ ਹੋਣਾ ਸਾਡੇ ਸਾਰੇ ਅੰਗਾਂ ਦੇ ਲਈ ਐਕਸਟਰਾ ਲੋਡ ਹੈ ਕੰਮ ਕਰਨ ਦਾ। ਸਾਡੇ ਹਾਰਟ ਦੇ ਵਿੱਚ 1 ਕਿਲੋਗ੍ਰਾਮ ਜ਼ਿਆਦਾ ਅਗਰ ਵਜ਼ਨ ਸਾਡੇ ਸਰੀਰ ਤੇ ਹੋਵੇ ਤੇ ਸਾਡਾ ਹਾਰਟ ਯਾਨੀ ਕਿ ਜਿਹੜਾ ਇੰਜਨ ਦੇ ਰੂਪ ਦੇ ਵਿੱਚ ਖੂਨ ਨੂੰ ਧੱਕਾ ਲਾ ਰਿਹਾ ਹਰ ਛਣ ਹਰ ਮੋਮੈਂਟ, ਉਹ ਖੂਨ ਨੂੰ ਸਾਡੇ ਹਰ ਇੱਕ ਸੈੱਲ ਤੱਕ ਪਹੁੰਚਾ ਰਿਹਾ ਹੈ। ਉਸ ਹਾਰਟ ਦੇ ਉੱਤੇ 7 ਮੀਲ ਜ਼ਿਆਦਾ ਬਲੱਡ ਨੂੰ ਪੁਸ਼ ਕਰਨ ਦਾ ਕੰਮ ਵਰਕਲੋਡ ਵੱਧ ਜਾਂਦਾ ਹੈ, ਯਾਨੀ ਕਿ ਹਰ ਧੜਕਣ ਦੇ ਵਿੱਚ ਸਾਡੇ ਹਾਰਟ ਨੂੰ ਉਹਨਾਂ ਧੱਕਾ ਜ਼ਿਆਦਾ ਲਾਣਾ ਪੈਂਦਾ ਹੈ ਕਿ ਉਹਨੇ ਖੂਨ ਨੂੰ 7 ਮੀਲ ਦੂਰ ਭੇਜਣਾ ਹੈ ਆਪਣੇ ਜਿੱਥੇ ਉਹਨੇ ਭੇਜਣਾ ਸੀ। ਜਿੰਨੇ ਕਿਲੋਮੀਟਰ ਦੀਆਂ ਨਸਾਂ ਸਾਡੇ ਵਿੱਚ ਸੀਗੀਆਂ ਉਸ ਤੋਂ ਜ਼ਿਆਦਾ 7 ਕਿਲੋਮੀਟਰ ਦਾ ਵਕਫਾ ਉਹਨੂੰ ਜ਼ਿਆਦਾ ਤੈਅ। ਇਸ ਲਿਹਾਜ਼ ਨਾਲ ਅਗਰ ਕਿਸੇ ਦਾ 10 ਪਾਉਂਡ ਵੀ ਜ਼ਿਆਦਾ ਹੈ ਤਾਂ ਉਹ 70 ਮੀਲ ਹੋ ਗਿਆ, ਅਗਰ ਕਿਸੇ ਦਾ 100 ਪਾਉਂਡ ਜ਼ਿਆਦਾ ਹੈ ਤਾਂ ਉਹਨੂੰ 7000 ਮੀਲ ਜ਼ਿਆਦਾ ਸਫ਼ਰ ਤੈਅ ਕਰਨ ਦੇ ਲਈ ਸਾਡੇ ਹਾਰਟ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਹੈ। ਇਹਦਾ ਮਤਲਬ ਹਰ ਬੀਟ ਨੂੰ ਐਕਸਟਰਾ ਲੋਡ, ਸੋ ਵੀ ਆਰ ਪ੍ਰੋਨ ਟੂ ਹਾਰਟ ਡਿਜ਼ੀਜ਼। ਸਾਨੂੰ ਦਿਲ ਦੀ ਬਿਮਾਰੀ ਜਲਦੀ ਹੋਏਗੀ ਕਿਉਂਕਿ ਦਿਲ ਜਲਦੀ ਥੱਕੇਗਾ, ਸਾਡਾ ਹਾਰਟ ਫੇਲਿਅਰ ਛੇਤੀ ਹੋਏਗਾ।
ਹੂੰ ਉਸੀ ਤਰੀਕੇ ਨਾਲ ਸਾਡੇ ਜੁਆਇੰਟਸ, weight bearing joints ਨੇ, ਜਿਵੇਂ ਗੋਡਿਆਂ ਦੇ ਜੁਆਇੰਟਸ ਨੇ, ਨੀ ਜੁਆਇੰਟਸ, ਜੀ 1 ਪਾਉਂਡ is equal to 4 pounds of extra load upon our knee joints। ਸਾਡੇ ਗੋਡੇ ਦੇ ਉੱਤੇ 4 ਗੁਣਾ ਜ਼ਿਆਦਾ ਲੋਡ ਪੈਂਦਾ ਹੈ। ਜੀ ਵਜ਼ਨ ਔਰ ਲੋਡ ਦੇ ਵਿੱਚ ਅੰਤਰ ਹੈ। ਹੂੰ ਲੋਡ ਉਦੋਂ ਪੈਂਦਾ ਜਦੋਂ ਅਸੀਂ ਕਦਮ ਪੁੱਟ ਕੇ ਆਪਣਾ ਕਦਮ ਅੱਗੇ ਰੱਖਦੇ ਹਾਂ ਤੇ ਪਿਛਲੇ ਕਦਮ ਨੂੰ ਅਸੀਂ ਚੁੱਕਦੇ ਹਾਂ ਜ਼ਮੀਨ ਤੋਂ। ਜੀ ਇਹ ਇੱਕ ਸਟੱਡੀ ਹੋਈ ਸੀ, ਡਾਕਟਰ ਮੈਸੀਅਰਸ ਹੈਗੇ ਨੇ ਯੂਨੀਵਰਸਿਟੀ ਆਫ ਮੌਂਟਰੀਅਲ ਦੇ ਵਿੱਚ, ਹੂੰ ਜਿਨ੍ਹਾਂ ਨੇ ਇਹ ਸਟੱਡੀ ਪਬਲਿਸ਼ ਕੀਤੀ ਸੀ ਸਨ 2015 ਦੇ ਵਿੱਚ। ਜੀ ਉਹਨਾਂ ਨੇ ਬਾਇਓਮੈਕੈਨਿਕਸ ਸਟੱਡੀ ਕੀਤੀ ਸੀ ਇਨਸਾਨ ਦੇ ਚੱਲਣ ਦੇ, ਔਰ ਉਹਨਾਂ ਨੇ ਪ੍ਰੂਵ ਕੀਤਾ ਸੀ ਕਿ ਅਗਰ ਅਸੀਂ 1 ਕਿਲੋ ਵਜ਼ਨ ਘਟਾਵਾਂਗੇ ਹੂੰ ਤਾਂ 4 ਕਿਲੋ ਦਾ ਲੋਡ ਸਾਡੇ ਗੋਡੇ ਤੋਂ ਘਟ ਜਾਏਗਾ। ਰਾਈਟ ਅਸੀਂ ਜ਼ਿੰਦਗੀ ਦੇ ਵਿੱਚ ਕਿੰਨੇ ਕਦਮ ਪੁੱਟਦੇ ਹਾਂ? ਆਮ ਤੌਰ ਤੇ ਅੱਜ ਕੱਲ ਸਮਾਰਟ ਵਾਚਸ ਅਸੀਂ ਪਾਈਆਂ ਹੋਈਆਂ, ਅਸੀਂ ਜੀ ਆਪਣੇ ਕਦਮ ਦੇਖਦੇ ਹਾਂ ਕਿੰਨੇ ਸਟੈਪਸ ਅਸੀਂ ਅਗਲੇ ਤੇ, ਤਾਂ ਅਸੀਂ ਟਾਰਗੇਟ ਰੱਖਦੇ ਹਾਂ ਕਿ ਅਸੀਂ 10,000 ਕਦਮ ਜ਼ਰੂਰ ਲੈਣੇ ਆ। ਅੱਜ ਕੱਲ ਐਪਸ ਬਣੀਆਂ ਨੇ ਜਿਹੜੀਆਂ ਸਾਨੂੰ ਕੰਗ੍ਰੈਚੁਲੇਟ ਕਰਦੀਆਂ ਹੈ, ਰਿਵਾਰਡ ਜੀ ਕਰਦੀਆਂ, ਇੱਕ ਥੰਬਸ ਅਪ ਦਿੰਦੀਆਂ ਕਿ ਤੁਸੀਂ ਅੱਜ 10,000 ਕਦਮ ਲੈ ਲਏ। ਹੂੰ ਤੇ ਜੇਕਰ ਸਾਡਾ 10 ਕਿਲੋ ਵਜ਼ਨ ਜ਼ਿਆਦਾ ਹੈ ਤਾਂ ਅਸੀਂ ਹਰ ਕਦਮ ਤੇ 40 ਕਿਲੋ ਦਾ ਵਜ਼ਨ ਆਪਣੇ ਜੁਆਇੰਟ ਤੇ ਪਾਇਆ ਹੈ, ਔਰ 10,000 ਕਦਮ ਤੁਰਨ ਦੇ ਵਿੱਚ ਤੁਸੀਂ ਸਮਝ ਸਕਦੇ ਹੋ ਕਿੰਨੀ ਤਾਦਾਦ ਵਿੱਚ ਅਸੀਂ ਲੋਡ ਪਾਇਆ ਹੈ। ਰਾਈਟ ਉਨੀ ਛੇਤੀ ਸਾਡੇ ਗੋਡੇ ਖਿਸਣਗੇ, ਉਨੀ ਛੇਤੀ ਸਾਨੂੰ ਗੋਡਿਆਂ ਦੀ ਸਰਜਰੀ ਕਰਾਉਣ ਦੀ ਲੋੜ ਪਏਗੀ ਜੇਕਰ ਅਸੀਂ ਦਰਦ ਰਹਿਤ ਜੀਵਨ ਜੀਣਾ ਹੈ। ਬਿਲਕੁਲ। ਸੋ ਡਾਕਟਰ ਜਿਹੜਾ ਸਾਹਿਬ ਦੇਰ ਕਿ ਇਜ਼ ਨੋ ਐਡਵਾਂਟੇਜ ਆਫ ਹੈਵਿੰਗ ਮੋਰ weight। ਇਹ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਇਸ ਦਾ ਸਾਰੀ ਬਾਡੀ ਜੀ ਤੇ ਇੰਪੈਕਟ ਪੈਂਦਾ ਹੈਗਾ। ਹਾਰਟ ਦੀ ਗੱਲ ਕੀਤੀ ਜੀ ਤੁਸੀਂ, ਸਾਡੇ ਗੋਡਿਆਂ ਦੀ ਗੱਲ ਕੀਤੀ, ਐਂਡ ਓਵਰਆਲ ਤੁਹਾਡੀ ਡਾਇਬੀਟੀਜ਼, ਮਾਨਸਿਕਤਾ ਜਿਹੜੀ ਹੈਗੀ ਹੈ ਉਹ ਵੀ ਇਸ ਨਾਲ ਅਫੈਕਟ ਹੁੰਦੀ ਹੈਗੀ ਹੈ। ਐਂਡ ਜੀ ਡਾਇਬੀਟੀਜ਼ ਆਫ ਕੋਰਸ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਇਹਦੇ ਤੇ ਵੀ ਅਸਰ ਪੈਂਦਾ ਹੈ। ਸੋ ਹੁਣ ਸਵਾਲ ਤਾਂ ਇਹ ਆਉਂਦਾ ਹੈਗਾ ਕਿ ਇਹ ਖਾਣ ਪੀਣ ਜੋ ਸਾਡਾ ਹੈਗਾ ਹੈ, ਅੱਜ ਅਸੀਂ ਫੋਕਸ ਕਰਾਂਗੇ ਪੰਜਾਬੀਆਂ ਦੇ ਉੱਤੇ, ਜਿਸ ਤਰੀਕੇ ਦਾ ਸਾਡਾ ਖਾਣ ਪੀਣ ਹੈਗਾ ਹੈ, ਤੇ ਕਿਹੜੇ ਉਹ ਚੇਂਜਸ ਲਿਆਏ ਜਾਣ ਜਿਹਦੇ ਨਾਲ ਕਿ ਅਸੀਂ ਆਪਣੇ ਆਪ ਨੂੰ ਬਿਹਤਰ ਰੱਖ ਸਕਨੇ ਆ। ਇਹਦੇ ਬਾਰੇ ਥੋੜ੍ਹਾ ਜਿਹਾ ਮੈਂ ਚਾਹਾਂਗਾ ਵਿਸਥਾਰ ਵਿੱਚ ਗੱਲਬਾਤ ਕਰ ਲਈ, ਜਿਹੜਾ ਸਾਡੇ ਕੋਲ ਸਮਾਂ ਬਾਕੀ ਬਚਦਾ ਹੈ, ਕਿ ਇਹਦੇ ਨੈਗੇਟਿਵ ਹੀ ਇੰਪੈਕਟ ਹੈਗੇ ਨੇ, ਕੋਈ ਪੋਜ਼ਿਟਿਵ ਇਹਦਾ ਕੋਈ ਨਹੀਂ ਹੈਗਾ। ਹਾਂ, ਉਹ ਗਈ ਵੱਖਰੀ ਗੱਲ ਜਦੋਂ ਪਹਿਲਾਂ ਕਿਹਾ ਜਾਂਦਾ ਸੀ ਯਾਰ ਜਿਹਦੀ ਤੋਂਦ ਨਹੀਂ ਹੈਗੀ ਉਹਦੇ ਕੋਲ ਤੇ ਮਾਲ ਹੀ ਨਹੀਂ ਹੈਗਾ, ਇਹ ਗੱਲਾਂ ਗਈਆਂ। ਹੁਣ ਤਾਂ ਜੀ ਯੂ ਹੈਵ ਟੂ ਬੀ ਫਿਟ ਐਂਡ ਐਬਸੋਲੂਟਲੀ ਪਰਫੈਕਟ ਟੂ ਲਿਵ ਅ ਗੁੱਡ ਹੈਲਦੀ ਲਾਈਫ ਸਟਾਈਲ। ਬਟ ਇਸ਼ੂ ਇਜ਼ ਕਿ ਅਜੇ ਵੀ ਅਸੀਂ ਓਬੀਸਿਟੀ ਦਾ ਸ਼ਿਕਾਰ ਹੋ ਰਹੇ ਹਾਂ। ਸਾਡਾ ਜੋ ਖਾਣ ਪੀਣ, ਤੇ ਖਾਸ ਤੌਰ 'ਤੇ ਕੈਨੇਡਾ ਨੂੰ ਅੱਜ ਫੋਕਸ ਕਰਨੇ ਆ, ਤੁਸੀਂ ਇੰਡੀਆ ਤੋਂ ਵੀ ਵੇਖ ਕੇ ਆਏ ਹੋ, ਇੱਥੇ ਵੀ ਦੇਖ ਰਹੇ ਹੋ ਕਿ ਡਾਇਬੀਟੀਜ਼ ਉੱਥੇ ਵੀ ਵੱਧ ਰਹੀ ਹੈ, ਇੰਡੀਅਨ ਡਾਇਸਪੋਰਾ 'ਚ ਇੱਥੇ ਵੀ ਉਹੀ ਚੀਜ਼ ਹੈਗੀ ਹੈ। ਗੋਡਿਆਂ ਦੀ ਦਰਦਾਂ ਇੱਥੇ ਵੀ ਨੇ ਉੱਥੇ ਵੀ ਨੇ, ਹਾਰਟ ਦੀਆਂ ਪ੍ਰੋਬਲਮ, ਦਿਲ ਦੀਆਂ ਬਿਮਾਰੀਆਂ ਸਾਊਥ ਏਸ਼ੀਅਨ ਸਭ ਤੋਂ ਜ਼ਿਆਦਾ ਅਫੈਕਟਡ ਹੈਗੇ ਨੇ ਕੈਨੇਡਾ ਦੇ ਵਿੱਚ। ਸੋ ਇਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਤੁਹਾਡੇ ਤੋਂ ਜਾਣਕਾਰੀ ਲਵਾਂਗੇ ਕਿ ਕਿਸ ਤਰੀਕੇ ਦੇ ਚੇਂਜਸ ਲਿਆਏ ਜਾਣ ਆਪਣੇ ਲਾਈਫ ਸਟਾਈਲ ਦੇ ਵਿੱਚ, ਖਾਣ ਪੀਣ ਦੇ ਵਿੱਚ ਕੀ ਤਬਦੀਲੀ ਲਿਆਈ ਜਾਏ ਜਿਹਦੇ ਨਾਲ ਕਿ ਅਸੀਂ ਸਿਹਤਮੰਦ ਰਹਿ ਸਕਨੇ ਆ। ਇਸ ਬਾਰੇ ਤੁਹਾਡੇ ਤੋਂ ਜਾਣਕਾਰੀ ਲੈਣੇ ਡਾਕਟਰ ਜਸਲ ਨਾਲ ਗੱਲਬਾਤ ਦਾ ਸਿਲਸਿਲਾ ਅੱਗੇ ਤੋਰਦੇ ਹਾਂ ਜੀ। ਅੱਜ ਦੀ ਇਨਫੋਰਮੇਸ਼ਨ ਖਾਸ ਤੌਰ ਤੇ ਉਹਨਾਂ ਲੋਕਾਂ ਵਾਸਤੇ ਬਹੁਤ ਲਾਹੇਵੰਦ ਹੈ ਜਿਹੜੇ ਕਿ ਮੋਟਾਪੇਪਨ ਵਾਲੇ ਪਾਸੇ ਹਨ ਜਾਂ ਹੈਗੇ ਨੇ। ਸੋ ਇਸ ਕਰਕੇ ਇਹ ਜੋ ਹੁਣ ਲਾਸਟ ਵਿੱਚ ਜੋ ਡਾਕਟਰ ਸਾਹਿਬ ਇਸ ਸੈਗਮੈਂਟ ਵਿੱਚ ਗੱਲ ਕਰਨਗੇ, ਆਈ ਹੋਪ ਵੀ ਕੈਨ ਗੈਟ ਸਮ ਗੁੱਡ ਇਨਫੋਰਮੇਸ਼ਨ ਵਿਚ ਵਿਲ ਬੀ ਬੈਨੀਫੀਸ਼ੀਅਲ ਟੂ ਆਲ ਆਫ ਅਸ। So Dr. Saab, what needs to be done? That is the most crucial question, and you have dealt with hundreds of patients not only in India but in Canada also. So ਕਿੱਥੋਂ ਸਟਾਰਟ ਕੀਤਾ ਜਾਏ, ਕਿਸ ਤਰ੍ਹਾਂ ਇਹ ਚੀਜ਼ ਉੱਤੇ ਮਨ ਨੂੰ ਕਾਬੂ ਕੀਤਾ ਜਾਏ ਕਿ ਭਾਈ ਖਾਣ ਪੀਣ ਜੋ ਹੈ ਸਾਡੇ ਉਸ ਨੂੰ ਠੀਕ ਕਰੀਏ। ਬਹੁਤ ਅੱਛੀ ਗੱਲ ਤੁਸੀਂ ਕਹੀ। ਜਿੱਦਾਂ ਸਾਡੇ ਪੰਜਾਬੀਅਤ ਚ ਕਿਹਾ ਜਾਂਦਾ ਹੈ, ਮਨ ਜੀ ਕੇ ਜੀਤੇ ਜਗ ਜਗਜੀਤ ਜੀਤ। ਜੀ। ਤੇ ਜਗ ਨੂੰ ਜਿੱਤਣਾ ਹੈ ਤਾਂ ਮਨ ਨੂੰ ਜਿੱਤਣਾ ਪਊਗਾ। ਤੇ ਜੇ ਅਸੀਂ ਜ਼ੁਬਾਨ ਨੂੰ ਜਿੱਤ ਲਈ ਆਪਣੀ ਨੂੰ, ਚਾਹੇ ਉਹ ਖਾਣ ਪੀਣ ਦੇ ਵਿੱਚ ਹੋਵੇ, ਚਾਹੇ ਉਹ ਬੋਲਣ ਦੇ ਤਰੀਕੇ ਵਿੱਚ ਹੋਵੇ, ਤਾਂ ਅਸੀਂ ਜਗ ਨੂੰ ਜੀਤ ਸਕਦੇ ਹਾਂ, ਕਿਉਂਕਿ ਜਾਨ ਹੈ ਜਹਾਨ ਹੈ। ਸੋ ਜਾਨ ਤਾਂ ਹੀ ਰਹੇਗੀ, ਜਹਾਨ ਵੀ ਸਾਡੇ ਲਈ ਤਾਂ ਹੀ ਰਹੇਗਾ ਜੇ ਅਸੀਂ ਰਵਾਂਗੇ। ਉਹਦੇ ਲਈ ਜ਼ਰੂਰੀ ਹੈ ਕਿ ਅਸੀਂ ਵਿਵੇਕ, ਪ੍ਰੂਡੈਂਸ, ਸਮਝਦਾਰੀ, ਸੂਝ-ਬੂਝ ਇਸਤੇਮਾਲ ਕਰੀਏ। ਜੇਕਰ ਸਾਡੀ ਫਿਜ਼ੀਕਲ ਐਕਟੀਵਿਟੀ ਘਟ ਗਈ ਹੈ, ਜੇਕਰ ਸਾਡੀ ਐਕਸਰਸਾਈਜ਼ ਕਰਨ ਦੀ ਟੈਂਡੈਂਸੀ ਘਟ ਗਈ ਹੈ, ਕਿਉਂਕਿ ਸਾਡੇ ਕੋਲ ਪਹਿਲਾਂ ਅਸੀਂ ਪੈਦਲ ਜਾਇਆ ਕਰਦੇ ਸੀ, ਫਿਰ ਹੁਣ ਕਾਰਾਂ ਆ ਗਈਆਂ, ਅਸੀਂ ਸੈਲਫ ਮਾਰਦੇ ਹਾਂ, ਔਰ ਟੀਵੀ ਵੀ ਰਿਮੋਟ ਵਾਲੇ ਆ ਗਏ, ਹਰ ਚੀਜ਼ ਆਟੋਮਾਈਜ਼ਡ, ਮੈਕਨਾਈਜ਼ਡ, ਆਟੋਮੇਟ ਹੋ ਗਈ ਹੈ। ਤੇ ਅਸੀਂ ਘੱਟੋ ਘੱਟ ਆਪਣੇ ਆਪ ਨੂੰ ਹਿਲਾਉਂਦੇ ਹਾਂ। ਸਾਰੇ ਕੰਮ ਸਾਨੂੰ ਬੈਠੇ ਬਿਠਾਏ ਹੋ ਜਾਂਦੇ ਨੇ, ਆਨਲਾਈਨ ਹੋ ਜਾਂਦੇ ਨੇ। ਪਹਿਲਾਂ ਅਸੀਂ ਤੁਰ ਕੇ ਜਾਂਦੇ ਸੀ, ਕੰਮ ਕਰਦੇ ਸੀ। ਸੋ ਇਹ ਸਾਰੇ ਦੇ ਮੁਤਾਬਿਕ ਸਾਨੂੰ ਆਪਣੀ ਕੈਲੋਰੀਕ ਇਨਟੇਕ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੈ। ਔਰ ਹਰ ਇਨਸਾਨ ਦੀ ਕੈਲੋਰੀਕ ਇਨਟੇਕ ਜਿਹੜੀ ਹੈ ਉਹ ਅਲੱਗ-ਅਲੱਗ ਹੁੰਦੀ ਹੈ, ਆਪਣੇ BMR ਦੇ ਮੁਤਾਬਿਕ ਹੁੰਦੀ ਹੈ। BMR ਦਾ ਮਤਲਬ ਹੈ ਬੇਜ਼ਲ ਮੈਟਾਬੋਲਿਕ ਰੇਟ। ਦੋ ਇਨਸਾਨ ਅਗਰ ਸੇਮ ਕੱਦ ਦੇ ਅਸੀਂ ਲਈਏ, ਸੇਮ ਹਾਈਟ, ਔਰ ਉਹਨਾਂ ਦੀ ਸੇਮ ਏਜ ਹੋਵੇ,
ਤਾਂ ਵੀ ਉਹਨਾਂ ਦੀ એનર્ਜੀ ਦੀ ਜ਼ਰੂਰਤ ਜਿਹੜੀ ਹੈ ਉਹ ਅਲੱਗ-ਅਲੱਗ ਹੋਵੇਗੀ, ਕਿਉਂਕਿ ਉਹਨਾਂ ਦੋਹਾਂ ਦੀ ਬਾਡੀ ਦੀ ਜਿਹੜੀ ਜੈਨੇਟਿਕ ਮੇਕਅਪ ਹੈ ਉਹ ਅਲੱਗ-ਅਲੱਗ ਹੈ, ਪੁਸ਼ਤੈਨੀ ਬਣਾਵਟ ਅਲੱਗ-ਅਲੱਗ ਹੈ। ਜੀ ਕਿਸੇ ਦੇ ਵਿੱਚ ਮਸਲ ਪਰਸੈਂਟੇਜ ਜ਼ਿਆਦਾ ਹੈ, ਕਿਸੇ ਦੇ ਵਿੱਚ ਫੈਟ ਪਰਸੈਂਟੇਜ ਜ਼ਿਆਦਾ ਹੈ। ਹੁਣ ਫੈਟ ਔਰ ਮਸਲ ਦੇ ਵਜ਼ਨ ਔਰ ਪਾਣੀ ਦੇ ਵਜ਼ਨ ਤੋਂ ਸਾਡੇ ਸਰੀਰ ਦਾ ਵਜ਼ਨ ਬਣਦਾ ਹੈ। ਅਫਸੋਸ ਦੀ ਗੱਲ ਹੈ ਕਿ ਅਸੀਂ ਸਿਰਫ ਵਜ਼ਨ ਨੂੰ ਦੇਖਦੇ ਹਾਂ ਆਪਣੇ ਸਕੇਲ ਦੇ ਉੱਤੇ ਚੜ੍ਹ ਕੇ ਕਿ ਮੈਂ ਅੱਜ 172 ਪਾਉਂਡ ਦਾ ਹੋ ਗਿਆ ਜਾਂ 180 ਪਾਉਂਡ ਦਾ ਹੋ ਗਿਆ ਜਾਂ 190 ਪਾਉਂਡ ਦਾ। ਸਾਡੀ ਬਾਡੀ ਕੰਪੋਜੀਸ਼ਨ ਨੂੰ ਪੜ੍ਹਨ ਦੀ ਲੋੜ ਹੈ ਕਿ ਸਾਡੇ 'ਚ ਮਸਲ ਕਿੰਨਾ ਹੈ, ਸਾਡੇ 'ਚ ਫੈਟ ਪਰਸੈਂਟੇਜ ਕਿੰਨੀ ਹੈ, ਸਾਡੇ 'ਚ ਪਰਸੈਂਟੇਜ ਕਿੰਨੀ ਹੈ। ਔਰ ਅਫਸੋਸ ਦੀ ਗੱਲ ਹੈ ਕਿ ਅਸੀਂ weight loss ਨੂੰ ਫੋਕਸ ਕਰ ਰਹੇ ਹਾਂ, ਫੈਟ loss ਨੂੰ ਨਹੀਂ ਫੋਕਸ। ਮੈਂ ਬਤੌਰ ਡਾਕਟਰ ਇਹ ਬੜਾ ਕੈਟੇਗੋਰੀਕਲੀ ਕਹਿਣਾ ਚਾਹਾਂਗਾ, ਮਾਈ ਵਾਈਫ ਇਜ਼ ਅ ਵੈਰੀ ਵੈਲ ਨੋਨ ਡਾਇਟੀਸ਼ੀਅਨ ਪੰਜਾਬ, if you search her. So I'm so very sorry that ਇੰਨੀ ਸ਼ੈਲੋ ਸਾਇੰਸ ਬਣ ਗਈ ਹੈ ਕਿ ਅਸੀਂ weight loss ਕਹਿੰਦੇ ਹਾਂ। ਰਾਈਟ ਮੈਂ ਪੁੱਛਦਾ ਤੁਹਾਨੂੰ weight loss ਚਾਹੀਦਾ ਹੈ ਕਿ fat loss ਚਾਹੀਦਾ ਹੈ? weight loss ਦੇਣਾ ਇੱਕ ਮਹੀਨੇ ਦੇ ਵਿੱਚ ਲੋਕ ਕਹਿ ਦਿੰਦੇ ਨੇ ਕਿ ਮੈਂ 8 ਕਿਲੋ ਘਟਾ ਲਿਆ, ਮੈਂ 9 ਜੀ। ਕਿਲੋ ਘਟਾ ਲਿਆ ਜਾਂ ਮੈਂ 20 ਪਾਉਂਡ ਘਟਾ ਲਿਆ। ਉਹ ਸਾਇੰਟੀਫਿਕਲੀ ਕਰੈਕਟ ਹੈ ਹੀ ਨਹੀਂ ਹੈ, ਰਾਈਟ ਕਿਉਂਕਿ ਇੱਕ 1 ਗ੍ਰਾਮ ਫੈਟ ਨੂੰ ਘਟਾਉਣ ਦੇ ਲਈ 9 ਕੈਲੋਰੀਜ਼ ਦਾ ਘਾਟਾ ਸਾਡੀ ਬਾਡੀ ਨੂੰ ਦੇਣਾ ਪੈਣਾ ਹੈ। ਚਾਹੇ ਅਸੀਂ ਉਹ એનર્ਜੀ ਫੂਕ ਕੇ, ਜਲਾ ਕੇ, ਭੱਜ ਕੇ, ਦੌੜ ਕੇ ਕਰ ਲਈਏ, ਚਾਹੇ ਅਸੀਂ ਉਹ ਖਾਣਾ ਘੱਟ ਕਰਕੇ ਕਰ ਲਈਏ, ਡਾਈਟ ਕਰ ਲਈਏ ਜਾਂ ਦੌੜ ਲਈਏ। ਜੇ ਅਸੀਂ ਪੈਦਲ ਤੁਰਦੇ ਹਾਂ ਤਾਂ 1 ਮਿੰਟ ਦੇ ਵਿੱਚ 4.5 ਕੈਲੋਰੀਜ਼ ਬਰਨ ਹੁੰਦੀਆਂ ਨੇ ਰਫਲੀ, ਇੱਕ ਆਮ ਸਰੀਰ, ਐਵਰੇਜ ਸਰੀਰ, ਡਿਪੈਂਡਿੰਗ ਅਪਨ ਦੀ ਸਾਈਜ਼ ਆਫ ਦਾ ਬਾਡੀ। ਓਕੇ ਤੇ ਜੇ ਅਸੀਂ 10 ਕੈਲੋਰੀਜ਼ 9 ਕੈਲੋਰੀਜ਼ ਬਰਨ ਕਰਨੀਆਂ ਨੇ ਤਾਂ 2 ਮਿੰਟ ਦੀ ਸੈਰ ਯਾਨੀ 1 ਗ੍ਰਾਮ ਫੈਟ ਘਟੇਗਾ। ਤੇ ਜੇ ਅਸੀਂ 1 ਕਿਲੋ ਯਾਨੀ ਕਿ 1000 ਗ੍ਰਾਮ ਘਟਾਣਾ ਹੈ ਤਾਂ ਸਾਨੂੰ 9000 ਕੈਲੋਰੀਜ਼ ਬਰਨ ਕਰਨੀਆਂ ਪੈਣਗੀਆਂ। ਰਾਈਟ ਇਹਦਾ ਮਤਲਬ ਸਿੱਧਾ ਸਿੱਧਾ ਇਹ ਹੈ ਕਿ ਸਾਨੂੰ 4500 ਮਿੰਟ ਤੁਰਨਾ ਪਊਗਾ। ਸੌਰੀ 2000 ਮਿੰਟ ਤੁਰਨਾ ਪਊਗਾ, 4.5 ਕੈਲੋਰੀਜ਼। 2000 ਮਿੰਟ ਅਗਰ ਅਸੀਂ 30 ਮਿੰਟ ਰੋਜ਼ ਤੁਰਦੇ ਹਾਂ ਤੇ ਤੁਸੀਂ ਲਾ ਲਓ ਕਿ 60 ਦਿਨ ਸਾਨੂੰ ਲੱਗਣਗੇ, ਮਿਨੀਮਮ 66 ਦਿਨ, 66 ਡੇਜ਼, ਅੱਧੇ ਘੰਟੇ ਦੀ ਸੈਰ, ਤਾਂ ਜਾ ਕੇ ਸਾਡਾ 1 ਕਿਲੋ ਵਜ਼ਨ ਐਕਸਰਸਾਈਜ਼ ਨਾਲ ਘਟੇਗਾ। ਇਹਦਾ ਮਤਲਬ ਇਹ ਹੈ ਕਿ ਐਕਸਰਸਾਈਜ਼ ਦਾ ਰੋਲ ਜਿਹੜਾ ਉਹ ਲਿਮਿਟਿਡ ਰੋਲ ਹੈ, ਇਗਨੋਰੇਬਲ ਰੋਲ ਨਹੀਂ ਹੈ, ਇੰਪੋਰਟੈਂਟ ਰੋਲ ਹੈ। ਪਰ ਅਸੀਂ ਜਿਮ ਦੀ ਮੈਂਬਰਸ਼ਿਪ ਖਰਚਣ ਲੱਗੇ ਸੋਚਦੇ ਨਹੀਂ, ਅਸੀਂ ਪੂਰੇ ਸਾਲ ਦੀ ਜੋਸ਼ ਖਾ ਕੇ ਮੈਂਬਰਸ਼ਿਪ ਭਰੇ ਆਨੇ ਆ ਕਿ ਅਸੀਂ ਹੁਣ ਜਿਮ ਕਰਨਾ ਹੈ। ਪਰ ਐਕਸਰਸਾਈਜ਼ ਦਾ ਰੋਲ ਸਿਰਫ 20% ਹੈ weight loss ਦੇ ਵਿੱਚ। 80% ਰੋਲ ਹੈ what you eat, when you eat, how you cook and how you eat and what time you eat. ਸਾਡੀ ਬਾਡੀ ਦਾ ਇੱਕ ਬਾਇਓਲੋਜੀਕਲ ਸਾਈਕਲ ਹੈ ਜਿਹੜਾ ਕਿ ਇੱਕ ਕੈਮੀਕਲ, ਇੱਕ ਰਸਾਇਣਿਕ ਪ੍ਰਕਿਰਿਆ ਅੰਦਰ ਚੱਲ ਰਹੀ ਹੈ ਪਾਚਨ ਦੀ। ਜੇਕਰ ਸਾਡਾ ਡਾਈਟ ਦਾ ਸੋਲੂਸ਼ਨ ਤੁਹਾਡੀ ਬਾਡੀ ਦੇ ਕਨਸਟੀਟਿਊਸ਼ਨ ਯਾਨੀ ਕਿ ਤੁਹਾਡੀ ਬਣਾਵਟ ਦੇ ਅਨੁਸਾਰ ਨਹੀਂ ਹੈ ਤਾਂ ਤੁਸੀਂ ਸਮਝ ਸਕਦੇ ਹੋ ਕਿ ਕਿਸੇ ਨੂੰ ਲੌਂਗ ਗਰਮ ਲੱਗਦਾ ਹੈ, ਕਿਸੇ ਨੂੰ ਲੌਂਗ ਦਾ ਪਤਾ ਹੀ ਨਹੀਂ ਲੱਗਦਾ, ਉਹ ਖਾ ਜਾਂਦਾ ਹੈ। ਕਿਸੇ ਨੂੰ ਅੰਬ ਗਰਮ ਲੱਗਦਾ ਹੈ, ਕਿਸੇ ਨੂੰ ਅੰਬ ਦਾ ਪਤਾ ਨਹੀਂ ਲੱਗਦਾ ਕਿ ਉਹ ਖਾ ਜਾਂਦਾ ਹੈ। ਸੋ ਇਹ ਸਾਡੀ ਤਸਵੀਰ ਦੇ ਮੁਤਾਬਕ ਅਗਰ ਸਾਡੀ ਨਿਊਟ੍ਰੀਸ਼ਨਲ ਐਟਰੀਬਿਊਟਸ ਨੂੰ ਡਿਸਟ੍ਰੀਬਿਊਟ ਕਰਕੇ ਖੁਰਾਕ ਨੂੰ ਬਣਾਇਆ ਜਾਵੇ ਤਾਂ ਇੱਕ ਕਸਟਮਾਈਜ਼ਡ ਅਪਰੋਚ ਦੇ ਨਾਲ ਇੱਕ ਬੰਦਾ ਬੜੇ ਆਰਾਮ ਨਾਲ ਆਪਣੀ ਪਿੰਕ ਆਫ ਹੈਲਥ ਦੇ ਵਿੱਚ ਜੀ ਸਭ ਤੋਂ ਵਧੀਆ ਸਿਹਤ ਨੂੰ ਇੰਜੋਏ ਕਰ ਸਕਦਾ ਔਰ ਲੰਬਾ ਜੀਵਨ ਇੰਜੋਏ ਕਰ ਸਕਦਾ ਹੈ। ਸਾਡਾ ਜਿੱਦਾਂ ਤੁਸੀਂ ਉਹਨਾਂ ਦਾ ਸਲੋਗਨ ਦੱਸਿਆ ਹੋਣੀ ਇੱਕ ਕਾਰਗੋ ਕੰਪਨੀ ਵਾਲੇ ਭਾਈ ਸਾਹਿਬ ਦਾ, ਜੀ ਉਦਾਂ ਹੀ ਸਾਡਾ ਸਲੋਗਨ ਹੈ ਟੂ ਐਡ ਈਅਰਸ ਟੂ ਲਾਈਫ, ਟੂ ਐਡ ਲਾਈਫ ਟੂ ਈਅਰਸ। ਰਾਈਟ ਜ਼ਿੰਦਗੀ 'ਚ ਸਾਲ ਜੋੜੀਏ, ਸਾਲਾਂ 'ਚ ਜ਼ਿੰਦਗੀ ਜੋੜੀਏ ਔਰ ਉਹ ਕਸਟਮਾਈਜ਼ਡ ਅਪਰੋਚ ਨਾਲ ਹੋਣਾ ਹੈ। ਪਰ ਮੋٹے ਤੌਰ ਤੇ ਥੰਬ ਰੂਲ ਇਹ ਹੈ ਕਿ ਆਪਣੀ ਜ਼ਰੂਰਤ ਤੋਂ ਜ਼ਿਆਦਾ ਅਗਰ ਅਸੀਂ ਖਾਣਾ ਖਾ ਰਹੇ ਹਾਂ ਔਰ ਗਲਤ ਸੋਰਸਿਸ ਤੋਂ ਖਾ ਰਹੇ ਹਾਂ, ਜੀ ਕਾਰਬੋਹਾਈਡਰੇਟ ਦੀ ਸਾਨੂੰ ਲੋੜ ਨਹੀਂ, ਅਸੀਂ ਕਾਰਬੋਹਾਈਡਰੇਟ ਜ਼ਿਆਦਾ ਖਾ ਰਹੇ ਹਾਂ। ਕਿਉਂ? ਕਿਉਂਕਿ ਉਹਦੇ ਵਿੱਚ ਪੀਜ਼ਾ ਦਾ ਬੇਸ ਕਾਰਬੋਹਾਈਡਰੇਟ, 버ਗਰ ਦਾ ਬਨ ਕਾਰਬੋਹਾਈਡਰੇਟ, ਆਲੂ ਦਾ ਪਰਾਂਠਾ ਪੰਜਾਬੀਆਂ ਦੇ ਵਿੱਚ ਕਾਰਬੋਹਾਈਡਰੇਟ, ਰੋਟੀ ਚਪਾਤੀ ਚਾਵਲ ਕਾਰਬੋਹਾਈਡਰੇਟ, ਚੀਨੀ ਜਿਹੜੀ ਕਿ ਕਾਫੀ ਚਾਹ ਦੇ ਵਿੱਚ ਪਾ ਕੇ ਪੀਣੀ ਹੈ, ਜੂਸਿਸ ਦੇ ਥਰੂ ਸਾਨੂੰ ਮਿਲਣੀ ਹੈ ਜਾਂ ਕੈਨਡ ਡਰਿੰਕਸ ਦੇ ਥਰੂ ਮਿਲਣੀ ਹੈ, ਕਾਰਬੋਹਾਈਡਰੇਟ। ਸੋ ਇਹ ਸਾਰੀਆਂ ਚੀਜ਼ਾਂ ਅਸੀਂ ਪਹਿਲਾਂ ਆਦਤ, ਇੱਕ ਇਨਸਾਨ ਦੀ ਆਦਤਾਂ ਪੁੱਛਦੇ ਹਾਂ, ਉਹਦੀ ਹੈਲਥ ਹਿਸਟਰੀ ਲੈਂਦੇ ਹਾਂ ਕਿ ਹਾਂ ਤੁਹਾਡੇ ਪੇਰੈਂਟਸ ਨੂੰ ਕੀ ਸੀਗਾ ਜੀ, ਮੈਨੂੰ ਹਾਰਟ ਡਿਜ਼ੀਜ਼ ਸੀਗਾ। ਅੱਛਾ, ਤੁਹਾਡਾ ਕੋਲੇਸਟ੍ਰੋਲ ਕਿੰਨਾ ਹੈ ਜੀ? ਇੰਨਾ ਹੈ। ਓਕੇ, ਪੇਟ ਦੇ ਆਸ-ਪਾਸ ਵਜ਼ਨ ਹੈ ਤਾਂ ਤੁਸੀਂ ਮੈਟਾਬੋਲਿਕ ਸਿੰਡਰੋਮ ਵੱਲ ਜਾ ਰਹੇ ਹੋ, ਯਾਨੀ ਕਿ ਤੁਹਾਨੂੰ ਡਾਇਬੀਟੀਜ਼ ਦੀ ਸ਼ਿਕਾਇਤ ਹੋ ਸਕਦੀ ਹੈ ਤਾਂ ਬਣਨ ਵਾਲੀ ਹੈ। ਕੋਲੇਸਟ੍ਰੋਲ ਵੱਧ ਗਿਆ ਹੈ, ਹਾਰਟ ਡਿਜ਼ੀਜ਼ ਦੀ ਸ਼ਿਕਾਇਤ ਬਣਨ ਵਾਲੀ ਹੈ। ਤਾਂ ਇਹ ਬੈਲੀ ਫੈਟ ਤੁਹਾਡਾ ਸ਼ਾਇਦ ਇਹ ਖਾਣੇ ਜ਼ਿਆਦਾ ਖਾਣ ਕਰਕੇ ਹੁੰਦਾ ਹੈ।
ਰਾਈਟ। ਤਾਂ ਅਸੀਂ ਉਹ ਖਾਣੇ ਨੂੰ ਰਿਵਿਊ ਕਰਦੇ ਹਾਂ, ਸੋ ਫਾਈਨ ਆਲ ਟਿਊਨ ਥੀਸ ਕਰਦੇ ਹਾਂ। ਥਿੰਗਸ ਆਰ ਇੰਟੀਗ੍ਰੇਟਡ, ਜਿਸ ਤਰ੍ਹਾਂ ਤੁਸੀਂ ਕਿਹਾ ਸਮਾਂ ਆਗਿਆ ਨਹੀਂ ਦੇਗਾ ਕਿ ਮੈਨੂੰ ਕਿਸੇ ਚੀਜ਼ ਨੂੰ ਅੱਗੇ ਕੰਟੀਨਿਊ ਕਰੀਏ, ਲੇਕਿਨ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਅਸੀਂ ਇਹ ਖਾਣ ਪੀਣ ਦੇ ਉੱਤੇ ਹੀ ਫੋਕਸ ਕਰਕੇ ਗੱਲਬਾਤ ਕਰਾਂਗੇ। ਪਰ ਅੱਜ ਜਿਹੜੀਆਂ ਤੁਸੀਂ ਗੱਲਾਂ ਕਹੀਆਂ ਇਹ ਬਿਲਕੁਲ ਸਾਇੰਟੀਫਿਕ ਤੌਰ ਦੇ ਹਿਸਾਬ ਨਾਲ ਜੋ ਸਾਡੇ ਨਾਲ ਗੱਲਬਾਤ ਕੀਤੀ ਹੈ, ਆਸ ਕਰਨੇ ਕਿ ਸਾਡੇ ਦਰਸ਼ਕ ਇਸ ਤੋਂ ਜ਼ਰੂਰ ਬੈਨੀਫਿਟ ਲੈਣਗੇ। ਡਾਕਟਰ ਸਾਹਿਬ, ਤੁਹਾਡੇ ਨਾਲ ਕਿਸੇ ਨੇ ਸੰਪਰਕ ਕਰਨਾ ਹੋਏ ਤਾਂ ਕਿੱਥੇ ਤੁਹਾਨੂੰ ਕਾਲ ਕਰ ਸਕਦੇ ਨੇ, ਜਾਂ ਤੁਹਾਡੀ ਕਿਹੜੀ ਵੈਬਸਾਈਟ ਹੈ? ਜੀ ਮੇਰੀ ਵੈਬਸਾਈਟ ਹੈਗੀ livelifemore.com, ਜ਼ਿੰਦਗੀ ਜ਼ਿਆਦਾ ਕਿਵੇਂ ਜੀਣੀ ਹੈ, ਜੀ। live LIVELIFEMORE.com, और कैनेडियन साइट हैगी livelifemore.ca, और मेरा नंबर है 236-979-8622, 236-979-8622. Thank you So very this is much my Ji, for number. all I'm this in Surrey. information, and And we hope in our future program we'll focus more on the carbs and the proteins, especially vegetarians ਤੇ ਹੋਰ ਜਿਹੜੇ ਲੋਕ ਹੈਗੇ ਨੇ ਕੀ ਕੁਝ ਉਹਨਾਂ ਨੂੰ ਖਾਣਾ ਚਾਹੀਦਾ ਆਪਣੀ ਸਿਹਤ ਵਿੱਚ ਬਿਹਤਰੀ ਲਿਆਉਣ ਵਾਸਤੇ, ਕਿਸ ਤਰ੍ਹਾਂ ਉਹ ਲਾਈਫ ਸਟਾਈਲ ਚੇਂਜਸ ਲਿਆਉਣ, ਖਾਣ ਪੀਣ ਦੇ ਵਿੱਚ ਤਬਦੀਲੀ ਲਿਆਉਣ। ਥੈਂਕ ਯੂ ਵੈਰੀ ਮਚ ਵਨਸ ਅਗੇਨ। thanks a lot for having me over Thank you, once Ji. again, and you're doing a commendable job, sir. Thank I'm you, Ji. highly, Thank you. I highly appreciate. ਥੈਂਕ ਯੂ। ਸੋ ਇਹ ਸਨ ਡਾਕਟਰ ਸੰਦੀਪ ਜੱਸਲ, ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਤੇ ਇਹਨਾਂ ਨੇ ਸਾਨੂੰ ਦੱਸਿਆ ਕਿ ਜੇਕਰ weight ਘਟਾਉਣਾ ਹੈ ਤੇ weight ਘਟਾਉਣ ਦਾ ਇਹ ਮਤਲਬ ਨਹੀਂ ਜਿੱਤੇ ਅਸੀਂ ਜ਼ਿਆਦਾ ਫੋਕਸ ਰੱਖਿਆ ਹੋਇਆ ਹੈ, ਬਲਕਿ ਫੈਟ ਲਾਸ ਜਿਹੜਾ ਇਹ ਸਾਡਾ ਆਬਜੈਕਟਿਵ ਹੋਣਾ ਚਾਹੀਦਾ ਹੈ। ਤੇ ਜੋ ਵੀ ਇਹਨਾਂ ਨੇ ਗੱਲਾਂ ਕਹੀਆਂ ਨੇ ਇਸ ਤੋਂ ਜ਼ਰੂਰ ਅਸੀਂ ਫਾਇਦਾ ਲੈ ਸਕਦੇ ਹੈਗੇ ਹਾਂ। ਤੇ ਜਿਸ ਤਰ੍ਹਾਂ ਇਹਨਾਂ ਨੇ ਆਪਣਾ ਫੋਨ ਨੰਬਰ ਵੀ ਦਿੱਤਾ ਹੈ, ਤੁਸੀਂ ਕੋਈ ਗੱਲਬਾਤ ਕਰਨੀ ਹੋਵੇ ਤਾਂ ਇਹਨਾਂ ਨੂੰ ਸੰਪਰਕ ਵੀ ਕਰ ਸਕਦੇ ਹੋ। ਤੁਹਾਡਾ ਮੇਰਾ ਸਾਥ ਮੰਡੇ ਟੂ ਫਰਾਈਡੇ ਸ਼ਾਮ ਨੂੰ 7 ਵਜੇ ਪੈਸੀਫਿਕ ਸਟੈਂਡਰਡ ਟਾਈਮ ਦੇ ਮੁਤਾਬਿਕ ਹੋਇਆ ਕਰਦਾ ਹੈ। ਤੇ ਇਸ ਪ੍ਰੋਗਰਾਮ ਵਿੱਚ ਤੁਸੀਂ ਵੀ ਹਿੱਸਾ ਲੈਣਾ ਚਾਹੋ ਤਾਂ 6046037555 ਤੇ ਸੰਪਰਕ ਕਰੋ, ਜਾਂ ਫਿਰ ਈਮੇਲ ਜ਼ਰੀਏ harpreetsingh@gmail.com. And of course, if you are liking these programs, we'll request you to kindly subscribe to the YouTube channel, youtube.com/harpreet Singh Show, or on Facebook, The Harpreet Singh Show. ਲੈਣਾ ਆ ਗਿਆ, ਫਿਰ ਮੁਲਾਕਾਤ ਕਰਾਂਗੇ। ਤਦ ਤੱਕ have a safe evening and enjoy yourself.